ਸਭ ਨੂੰ ਜੈ ਮਸੀਹ ਦੀ। ਜੈ ਮਸੀਹ ਦੀ, ਜੈ ਮਸੀਹ ਦੀ। ਹਾਲੇਲੂਇਆ। ਹਫ਼ਤਾਵਾਰ 'ਚ ਆਪਾਂ ਜੀ 1000 ਸਾਲਾ ਬਾਦਸ਼ਾਹੀ ਯਿਸੂ ਮਸੀਹ ਦਾ ਉਹਦੀਆਂ ਰਿਕਾਰਡਿੰਗਸ ਕਰ ਰਹੇ ਹੈਗੇ ਆ, ਬਾਈਬਲ ਸਟੱਡੀ ਕਰ ਰਹੇ ਹਾਂ ਜੀ। ਅਤੇ ਆਪਾਂ ਅਗਲੀ ਹੁਣ ਸ਼ੁਰੂ ਕਰਦੇ ਹੈਗੇ ਜੀ। ਆਪਾਂ ਪਿਛਲੇ ਸਾਲ ਦੇਖਿਆ ਸੀਗਾ ਕਿਸ ਤਰ੍ਹਾਂ ਕਿੰਨਾ ਲੰਬਾ ਚਿਰ ਲੋਕੀ ਜੀਓਗੇ ਜੀ। ਔਰ ਕਿਸ ਤਰ੍ਹਾਂ ਦੇ ਹਾਲਾਤ ਹੋਊਗੇ, ਜਾਨਵਰਾਂ ਦੀ ਵੀ ਨੇਚਰ ਚੇਂਜ ਹੋ ਜਾਊਗੀ। ਹਾਂਜੀ। ਅਤੇ ਹੁਣ ਆਪਾਂ ਅੱਗੇ ਤੁਰਦੇ ਹਾਂ ਜੀ। ਅੱਗੇ ਇਹ ਵੇ ਕਿ ਇਸ ਦੌਰ, ਹਾਂਜੀ, ਇਹ ਜਿਹੜਾ 1000 ਸਾਲਾ ਪੀਰੀਅਡ ਦਾ ਖੁਦਾ ਦਾ ਐਕਚੁਅਲੀ ਮਕਸਦ ਕੀ ਹੈ। ਪਹਿਲੇ ਤਾਂ ਮਕਸਦ ਦੇਖ ਲਈਏ, ਫਿਰ ਇਹਦੇ ਬਾਅਦ ਦੇਖਾਂਗੇ ਕਿ ਕਿਵੇਂ ਉਹ ਪੂਰਾ ਕਰੇਗਾ ਇਹਨਾਂ ਮਕਸਦ ਨੂੰ। ਹਾਂਜੀ। ਪਰਪਸ ਕੀ ਹੈ 1000 ਸਾਲਾ ਬਾਦਸ਼ਾਹੀ ਦਾ। ਹਾਂਜੀ। ਨੰਬਰ 1 ਕਿ ਸਾਰੇ ਜਿਹੜੇ ਦੁਸ਼ਮਣ ਨੇ ਅਤੇ ਉਹਨਾਂ ਦੀ ਸਾਰੀ ਬਗਾਵਤ ਜਾਂ ਰਬੈਲੀਅਨਸ ਨੂੰ ਮਸੀਹ ਦੇ ਪੈਰਾਂ ਹੇਠਾਂ ਕਰੇਗਾ, ਉਹਦੇ ਦੁਸ਼ਮਣਾਂ ਨੂੰ, ਤਾਂ ਜੇ ਸਾਰਿਆਂ ਵਿੱਚ ਹੀ ਖੁਦਾ ਹੀ ਸਭ ਕੁਝ ਹੋਵੇ। ਠੀਕ ਹੈ। ਜਿਵੇਂ ਕਿ ਰਿਬੈਲੀਅਨ ਤੋਂ ਪਹਿਲੇ ਸੀ, ਅਸਾਂ ਦੇਖਿਆ ਕਿ ਗੋਡ ਕਿੰਗਡਮ ਸੀ, ਅਤੇ ਜਦੋਂ ਸ਼ੈਤਾਨ ਨੇ ਰਿਬੈਲੀਅਨ ਕੀਤੀ, ਬਗਾਵਤ ਕਰ ਦਿੱਤੀ, ਅਤੇ ਖੁਦਾ ਦੀ ਕਿੰਗਡਮ ਵਿੱਚੋਂ, ਕਿਹਦੀ? ਗੋਡ ਦੀ ਕਿੰਗਡਮ ਵਿੱਚੋਂ ਪਿਤਾ, ਪੁੱਤਰ, ਪਵਿੱਤਰ ਆਤਮਾ ਨੇ ਆਪਣੇ ਰੋਲ ਸੰਭਾਲ ਲਏ। ਔਰ ਕਾਹਦੇ ਲਈ ਸੰਭਾਲ ਲਏ? ਇਸ ਲਈ ਕਿ ਬਾਈਬਲ 3 ਕਿੰਗਡਮਸ ਦੇ ਬਾਰੇ ਦੱਸਦੀ ਹੈ, ਜ਼ਿਕਰ ਹੈ। ਕਿਉਂਕਿ ਇਹ ਜਿਹੜਾ ਨਾ ਪ੍ਰਕਾਸ਼, ਦ ਬੁੱਕ ਆਫ ਜੈਨਸਿਸ ਜਾਂ ਉਤਪਤੀ ਜਾਂ ਉਤਪਤ ਤੋਂ ਪ੍ਰਕਾਸ਼ ਦੀ ਪੋਥੀ ਤੱਕ ਮੇਜਰ ਟੌਪਿਕ ਹੈ ਕਿੰਗਡਮਸ ਦਾ। ਸੋ ਪਰਮੇਸ਼ਵਰ ਦੀ ਕਿੰਗਡਮ ਹੈ ਹੁਣ ਵੀ, ਲੇਕਿਨ ਚੂੰਕਿ ਜਦੋਂ ਬਗਾਵਤ ਹੋ ਗਈ ਉਦੋਂ ਅਲੱਗ ਹੋ ਕੇ ਉਹਦੇ ਵਿੱਚੋਂ ਪਿਤਾ, ਪੁੱਤਰ, ਪਵਿੱਤਰ ਆਤਮਾ ਨੇ ਆਪਣਾ ਰੋਲ ਲੈ ਲਿਆ। ਔਰ ਰੋਲ ਇਹ ਸੀ ਕਿ ਹੁਣ ਇੱਕ ਤੇ ਪਰਮੇਸ਼ਵਰ ਦੀ ਕਿੰਗਡਮ, ਇੱਕ ਹੋ ਗਈ ਪ੍ਰਭੂ ਯਿਸੂ ਮਸੀਹ ਦੀ ਕਿੰਗਡਮ 1000 ਸਾਲਾ। ਅਤੇ 1000 ਸਾਲਾ ਕਿੰਗਡਮ ਦਾ ਇਹ ਮਤਲਬ ਹੈ ਕਿ ਸ਼ੈਤਾਨ ਦੀ ਕਿੰਗਡਮ ਨੂੰ ਖਤਮ ਕਰਕੇ ਔਰ ਪਰਮੇਸ਼ਵਰ ਦਾ ਰਾਜ ਦੁਬਾਰਾ ਧਰਤੀ 'ਤੇ ਆਏ ਜਾਏ ਜਿੰਜ ਪਹਿਲੇ ਸੀ। ਔਰ ਫਿਰ ਅਸੀਂ ਪਹਿਲਾ ਕਰੰਥੀਆਂ 15 ਦੇ ਵਿੱਚ ਲਿਖਿਆ ਨਾ, ਜਦੋਂ ਇਹ ਸਾਰਾ ਕੁਝ ਹੋ ਜਾਏਗਾ, ਪੁੱਤਰ ਆਪਣੇ ਆਪ ਨੂੰ ਪਿਤਾ ਸਬਮਿਟ ਕਰ ਦੇਗਾ, ਫਿਰ ਇੱਕੋ ਹੀ ਰੱਬ ਹੋਏਗਾ। ਚਲੋ ਇਹ ਥੋੜ੍ਹਾ ਜਿਹਾ ਪੜ੍ਹ ਦਈਏ, ਹੈ ਨਾ। ਇਸ ਲਈ ਇਹ ਸ਼ੈਤਾਨ ਦੀ ਕਿੰਗਡਮ ਨੂੰ ਖਤਮ ਕਰਨ ਦੇ ਲਈ ਇਹ 1000 ਸਾਲਾ ਬਾਦਸ਼ਾਹੀ ਪਲਾਨ ਕੀਤੀ ਗਈ ਜਾਂ ਡਿਜ਼ਾਈਨ ਕੀਤੀ ਗਈ। ਕੀ ਬੋਲਿਆ ਸਰ ਜੀ? ਪਹਿਲਾ ਕਰੰਥੀ 15। ਉਹ ਪਹਿਲਾ ਕਰੰਥੀਆਂ 15 ਦੀ ਸਰ ਜੀ ਤੁਸੀਂ, ਹਾਲੇਲੂਇਆ, ਪਹਿਲਾ ਕਰੰਥੀਆਂ 15 ਦੀ ਮੇਰਾ ਖਿਆਲ ਹੈ ਕਿ ਤੁਸੀਂ ਪੜ੍ਹ ਦਿਓ 15 ਦੀ। ਇਸ ਤਰ੍ਹਾਂ ਕਰੋ 23 ਤੋਂ 28 ਪੜ੍ਹ ਦਿਓ, ਬਲਕਿ ਜੀ 24 ਆਇਤ ਤੋਂ 23 ਤੋਂ ਐਂਡ ਦਾ ਪੜ੍ਹ ਦਿਓ ਜੀ। ਓਕੇ ਜੀ। ਪਹਿਲਾ ਕਰੰਥੀਆਂ 15 ਦੀ 23 ਤੋਂ ਪੜ੍ਹਦੇ ਹਾਂ ਜੀ ਅੱਗੇ। ਇਸ ਵਿੱਚ ਲਿਖਿਆ ਹੈ, ਪਰ ਸਭ ਆਪਣੀ ਵਾਰੀ 'ਤੇ ਸਭ ਤੋਂ ਪਹਿਲਾਂ ਮਸੀਹ, ਫਿਰ ਉਸ ਦੇ ਆਉਣ 'ਤੇ ਸਭ ਜੋ ਉਸ ਦੇ ਲੋਕ ਹਨ, ਫਿਰ ਅੰਤ ਆ ਜਾਵੇਗਾ ਜਦੋਂ ਮਸੀਹ ਸਭ ਰਾਜਿਆਂ, ਅਧਿਕਾਰੀਆਂ ਅਤੇ ਸ਼ਕਤੀਆਂ ਨੂੰ ਨਾਸ਼ ਕਰਕੇ ਰਾਜ ਨੂੰ ਪਰਮੇਸ਼ਰ ਪਿਤਾ ਦੇ ਹੱਥ ਸੌਂਪ ਦੇਵੇਗਾ, ਕਿਉਂਕਿ ਜਦੋਂ ਤੱਕ ਪਰਮੇਸ਼ਰ ਸਭ ਵੈਰੀਆਂ ਨੂੰ ਮਸੀਹ ਦੇ ਪੈਰਾਂ ਥੱਲੇ ਨਾ ਕਰ ਦੇਵੇ, ਉਸ ਸਮੇਂ ਤੱਕ ਮਸੀਹ ਦਾ ਰਾਜ ਕਰਨਾ ਜ਼ਰੂਰੀ ਹੈ। ਕਿਹੜਾ 1000 ਸਾਲਾ? ਹਾਂਜੀ। ਅੱਛਾ। ਹਾਂਜੀ। ਸਭ ਤੋਂ ਅੰਤਮ ਵੈਰੀ ਜਿਸ ਦਾ ਨਾਸ਼ ਜ਼ਰੂਰੀ ਹੈ, ਮੌਤ ਹੈ। ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ, ਪਰਮੇਸ਼ਰ ਨੇ ਸਭ ਚੀਜ਼ਾਂ ਉਸ ਦੇ ਪੈਰਾਂ ਹੇਠ ਕਰ ਦਿੱਤੀਆਂ ਹਨ। ਯਿਸੂ ਦੇ। ਹਾਲੇਲੂਇਆ। ਪਰ ਇਹ ਸਾਫ਼ ਹੈ ਕਿ ਸਭ ਚੀਜ਼ਾਂ ਵਿੱਚ ਪਰਮੇਸ਼ਰ ਆਪ ਨਹੀਂ ਹੈ, ਅਲੱਗ ਰਿਹਾ। ਹਾਂਜੀ। ਕਿਉਂਕਿ ਇਹ ਤਾਂ ਪਰਮੇਸ਼ਰ ਹੀ ਹੈ ਜੋ ਸਭ ਚੀਜ਼ਾਂ ਨੂੰ ਮਸੀਹ ਦੇ ਅਧਿਕਾਰ ਵਿੱਚ ਕਰਦਾ ਹੈ। ਫਿਰ ਜਦੋਂ ਸਭ ਕੁਝ
ਪੁੱਤਰ ਦੇ ਅਧਿਕਾਰ ਵਿੱਚ ਹੋ ਜਾਵੇਗਾ ਤਾਂ ਪੁੱਤਰ ਆਪਣੇ ਆਪ ਨੂੰ ਪਰਮੇਸ਼ਰ ਦੇ ਅਧਿਕਾਰ ਵਿੱਚ ਦੇ ਦੇਵੇਗਾ ਕਿ ਪਰਮੇਸ਼ਰ ਸਭ ਦੇ ਉੱਤੇ ਰਾਜ ਕਰੇ। ਠੀਕ ਹੈ, ਇਹਦੇ ਵਿੱਚ ਹੋਏਗਾ ਕਿ ਸ਼ੈਤਾਨ ਦੀ ਕਿੰਗਡਮ ਖਤਮ। ਹਾਂ, ਔਰ ਇਸੇ ਲਈ ਉਹ ਪ੍ਰਭੂ ਯਿਸੂ ਮਸੀਹ ਨੇ ਨਾ ਮੱਤੀ 6 ਦੇ ਵਿੱਚ 9 ਤੋਂ ਉਹਦੇ 'ਚ ਉਹ ਚੇਲਿਆਂ ਨੇ ਸ਼ੋਰ ਪਾਇਆ ਜੀ, ਉਹ ਯੂਹੰਨਾ ਨੇ ਤੇ ਆਪਣੇ ਚੇਲਿਆਂ ਨੂੰ ਦੁਆ ਕਰਨੀ ਸਿਖਾਈ ਹੈ। ਸੋ ਲਾਰਡਸ ਪ੍ਰੇਅਰ, ਯਾਨੀ ਯਿਸੂ ਨਹੀਂ ਸੀ ਪੜ੍ਹਦਾ, ਲੇਕਿਨ ਉਹਨੇ ਆਖਿਆ ਫਿਰ ਤੁਸੀਂ ਇੰਜ ਦੁਆ ਕਰਿਆ ਕਰੋ, ਆਏ ਸਾਡੇ ਸਵਰਗੀ ਪਿਤਾ, ਤੂੰ ਜਿਹੜਾ ਸਵਰਗ 'ਚ, ਤੇਰਾ ਨਾਮ ਪਵਿੱਤਰ ਮੰਨਿਆ ਜਾਵੇ। ਧਰਤੀ ਤੇ ਸਾਰੇ ਨਹੀਂ ਮੰਨਦੇ, ਏਥੀਅਸ ਲੋਕ ਨੇ ਜਾਂ ਕੀ ਕਹਿੰਦੇ ਨੇ, ਜਿਹੜੇ ਰੱਬ ਤੇ ਵਿਸ਼ਵਾਸ ਨਹੀਂ ਕਰਦੇ। ਤੇਰਾ ਰਾਜ ਆਵੇ, ਤੇਰੀ ਮਰਜ਼ੀ ਪੂਰੀ ਹੋਵੇ। ਹਾਂ, ਹਾਲੇ ਪੂਰੀ ਹੋ ਨਹੀਂ, ਉਹਦਾ ਰਾਜ ਨਹੀਂ ਹੈ, ਪੂਰੀ ਨਹੀਂ। ਓਵਰਆਲ ਹੋਈ ਹੈ, ਲੇਕਿਨ ਇਹ ਉਦੋਂ ਜਦੋਂ ਸ਼ੈਤਾਨ ਦਾ ਕੰਮ ਤਮਾਮ ਹੋ ਜਾਏਗਾ, ਉਦੋਂ ਫਿਰ ਯਾਨੀ ਕਿ ਇਹ ਜਿਹੜੀ ਸਵਰਗਾਂ ਦੀ ਬਾਦਸ਼ਾਹੀ ਹੈ 1000 ਸਾਲਾ, ਇਹ ਨਿਸ਼ਾਨਾਂ ਨਾਲ ਆਣੀ ਹੈ। ਲੇਕਿਨ ਖੁਦਾ ਦੀ ਬਾਦਸ਼ਾਹੀ ਬਗੈਰ ਨਿਸ਼ਾਨ ਦੇ ਉੱਤਰ ਆਏਗੀ। ਇਸ ਲਈ 1000 ਸਾਲਾ ਬਾਦਸ਼ਾਹੀ ਤੇ ਪਰਮੇਸ਼ਵਰ ਦਾ ਰਾਜ ਜਿਹੜਾ ਹੈ ਉਹ ਇੰਜ ਹੀ ਹੈ, ਕਨੈਕਟਡ ਹੈ, ਤੇ ਇਹਦੇ ਵਿੱਚ ਤਿਆਰੀ ਹੋਣ ਡਈ ਉਸ ਰਾਜ ਦੀ। ਠੀਕ ਹੈ, ਸੋ ਹੋਰ ਹਵਾਲੇ ਲਿਖ ਲਓ, ਅਬਰਾਨੀਆਂ 2 ਦੀ 7 ਤੋਂ 9 ਤੇ ਇਫਸੀਆਂ 1 ਦੀ 10। ਠੀਕ ਹੈ, ਇਹ ਆਪਾਂ ਇਹਦੇ ਦੇਖ ਰਹੇ ਹਾਂ। ਠੀਕ ਹੈ, ਇਹਦਾ ਮਕਸਦ ਕੀ ਮਕਸਦ ਹੈ, ਮਕਸਦ ਬਿਆਨ ਕਰ ਰਹੇ ਹਾਂ, ਪਰਪਸ। ਨੰਬਰ 2 ਕਿ ਉਸ ਇਟਰਨਲ ਜਾਂ ਅਬਦੀ ਅਹਿਦ ਨੂੰ ਪੂਰਾ ਕਰਨਾ ਜਿਹੜਾ ਉਹਨੇ ਇਬਰਾਹਿਮ ਨਾਲ ਬੰਨਿਆ ਸੀ। ਠੀਕ ਹੈ, ਕਿ ਤੇਰੀ ਕੌਮ ਲਈ, ਉਹਨੂੰ ਵੀ ਇਹਦੇ ਵਿੱਚ ਜਿਊਜ਼ ਕੌਮ ਨੂੰ ਰਿਸਟੋਰ ਕਰਕੇ ਤਾਂ ਕਿ ਉਹ ਸਾਰੀ ਦੁਨੀਆ ਉੱਤੇ ਫਿਰ ਹਕੂਮਤ ਕਰੇ। ਇਹਦਾ ਬੜੇ ਜ਼ਿਕਰ ਹੈਗਾ, ਜੈਨਸਿਸ ਉਤਪਤ 12 ਫੁੱਲ ਚੈਪਟਰ, 13ਵਾਂ ਚੈਪਟਰ, 15ਵਾਂ ਚੈਪਟਰ, 17ਵਾਂ ਚੈਪਟਰ। ਇਹ ਖੁਦਾ ਨੇ ਇਬਰਾਹਿਮ ਨਾਲ ਕੀ ਕੀਤਾ ਹੈ, ਪ੍ਰੋਮਿਸ ਕੀਤਾ ਹੈ। ਇਸਹਾਕ ਨਾਲ ਵੀ ਉਹਨੇ ਪ੍ਰੋਮਿਸ ਕੀਤਾ ਹੈ। ਉਹ ਜੈਨਸਿਸ 26 ਚੈਪਟਰ ਪੂਰਾ ਪੜ੍ਹੋ ਤੇ ਉਹਦੇ ਵਿੱਚ ਇਸਹਾਕ ਨਾਲ ਵੀ ਉਹਨੇ ਪਲਾਨ ਕੀਤਾ ਹੈ, ਤੇ ਯਕੂਬ ਦੇ ਨਾਲ ਵੀ ਉਹਨੇ ਪ੍ਰੋਮਿਸ ਕੀਤਾ ਹੈ। ਇਬਰਾਹਿਮ, ਇਸਹਾਕ, ਯਕੂਬ ਨਾਲ ਉਹਨੇ ਪ੍ਰੋਮਿਸ ਕੀਤਾ ਹੈ, ਤੇ ਦਾਊਦ ਨਾਲ ਵੀ। ਸੋ ਯਕੂਬ ਦੇ ਨਾਲ ਲਿਖਿਆ ਜੈਨਸਿਸ 28 ਦੀ 13। ਯਕੂਬ, ਹਾਂਜੀ, 28 ਦੀ, ਹਾਂ, ਉਤਪਤੀ 28 ਦੀ 13। ਤੇ ਦਾਊਦ ਦੇ ਨਾਲ ਵੀ ਉਹਨੇ ਅਹਿਦ ਬਣਿਆ। ਸੋ ਖੁਦਾ ਨੇ ਇਹ ਕਿਉਂ ਪਲਾਨ ਕੀਤਾ ਤਾਂ ਕਿ ਉਹ ਕੀ ਕਰੇ, ਜਿਹੜਾ ਉਹਨੇ ਆਪਣਾ ਨੇਮ ਜਾਂ ਆਪਣੇ ਵਚਨ ਦਿੱਤੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਇੱਥੇ ਉਹ ਤਿਆਰੀ ਕਰਾਉਣ ਡਿਆ। ਠੀਕ ਹੈ, ਤੇ ਦਾਊਦ ਦੇ ਨਾਲ ਅਹਿਦ ਦਾ ਕੀ ਸੀ ਨੇਮ, 2 ਸੈਮੂਅਲ 7ਵਾਂ ਚੈਪਟਰ। ਇਹ ਦਾਊਦ ਦੇ ਨਾਲ ਅਗਰ ਇਹਨੂੰ ਪੜ੍ਹਿਆ ਜਾਏ ਤੇ ਪੂਰਾ ਨੇਮ ਉਹਨੂੰ ਵੀ ਉਹਨੇ ਦੱਸ ਦਿੱਤਾ ਹੈ। ਅੱਛਾ, ਇਹ ਤੀਸਰਾ ਜਿਹੜਾ ਪੁਆਇੰਟ ਹੈ ਕਿ ਕਿਉਂ ਖੁਦਾ ਨੇ ਇਹ 1000 ਸਾਲਾ ਬਾਦਸ਼ਾਹੀ ਕੀਤੀ ਹੈ। ਮਸੀਹ ਤੇ ਉਹਦੇ ਜਿਹੜੇ ਸੰਤ ਨੇ ਉਹਨਾਂ ਨੂੰ ਬੇਇਲਜ਼ਾਮ ਠਹਿਰਾਉਣਾ ਤੇ ਉਹਨਾਂ ਦਾ ਬਦਲਾ ਲੈਣਾ। ਠੀਕ ਹੈ, ਜ਼ਕਰੀਆ 14 'ਚ ਵੇਖ ਲਓ, ਖੁਦਾ ਕਿੰਜ ਇਹਨਾਂ ਨੂੰ ਇਕੱਠਿਆਂ ਕਰਕੇ ਤੇ ਇਹਨਾਂ ਦਾ ਬਦਲਾ ਲਏਗਾ। ਜ਼ਬੂਰ 83 ਵੇਖ ਲਓ। ਹਾਂਜੀ, ਤੇ ਮਤੀ 26 ਚੈਪਟਰ, ਮੈਥਿਊ ਚੈਪਟਰ 26 ਵਰਸ 63 ਤੋਂ 66, ਮਤੀ 26 ਦੀ 63 ਤੋਂ 66, ਰੋਮਨਸ ਚੈਪਟਰ 12 ਵਰਸ 19, ਰੋਮੀਓ 12 ਦੀ 19, ਜ਼ਬੂਰ ਜਾਂ ਭਜਨ ਸਾਮਸ 2 ਚੈਪਟਰ ਪੂਰਾ ਉਹਦੇ ਦੱਸਿਆ ਦਾ ਹੈ ਸਾਰਾ। ਯਸਾਇਆ 63 ਚੈਪਟਰ ਪੂਰਾ। ਸੋ ਇਸ ਲਈ ਇਹ ਸਟੱਡੀ ਤੇ ਕਰਨੀ ਪੈਣੀ ਹੈ ਨਾ। ਸੋ ਰੈਵੋਲੇਸ਼ਨ 1 ਦੀ 7, ਪ੍ਰਕਾਸ਼ ਦੀ ਪੋਥੀ 1 ਦੀ 7, ਮੁਕਾਸ਼ਵਾ 1 ਦੀ 7, ਰੈਵੋਲੇਸ਼ਨ 6 ਦੀ 9 ਤੋਂ 11, ਯਾਨੀ ਪ੍ਰਕਾਸ਼ ਦੀ ਪੋਥੀ 6 ਦੀ 9 ਤੋਂ 11,
ਤੇ ਪ੍ਰਕਾਸ਼ ਦੀ ਪੋਥੀ 19 ਦੀ 1 ਤੋਂ 10। ਠੀਕ ਹੈ। ਇੱਕ ਤੋਂ ਬਸ ਹਾਂਜੀ। ਸੋ ਇਹ ਜਿਹੜਾ ਹੈਗਾ ਕਿ ਮਸੀਹ ਤੇ ਉਹਦੇ ਜਿਹੜੇ ਮਸੀਹ ਤੇ ਉਹਦੇ ਜਿਹੜੇ ਸੰਤਾਂ ਨੂੰ ਬੇਇਲਜ਼ਾਮ ਠਹਿਰਾਉਣ ਲਈ ਤੇ ਉਹਨਾਂ ਦਾ ਬਦਲਾ ਲੈਣ ਲਈ, ਕਿਉਂਕਿ ਯਿਸੂ ਤੇ ਵੀ ਬੜੀਆਂ, ਇਹ ਮਤੀ ਪੜ੍ਹੋਗੇ ਨਾ ਤੇ ਯਿਸੂ ਤੇ ਵੀ ਬੜੀਆਂ ਉਹ ਆਈਆਂ, ਤੂੰ ਇੰਝ ਉਂਝ ਇਲਜ਼ਾਮ ਦਿੰਦੇ ਸਨ। ਸੋ ਬੇਇਲਜ਼ਾਮ ਕਰਕੇ ਤੇ ਉਹਨਾਂ ਦਾ ਬਦਲਾ ਇੱਥੇ ਹੋਏਗਾ ਇਹਨਾਂ ਵਰਸੇ। ਚੌਥੀ ਚੀਜ਼ ਹੈ ਕਿ ਇਸਰਾਇਲ ਨੂੰ ਰਿਸਟੋਰ ਕਰਕੇ ਯਹੂਦੀ ਕੌਮ ਨੂੰ ਕੌਮਾਂ ਤੋਂ ਛੁਡਾ ਕੇ ਤੇ ਉਹਨਾਂ ਨੂੰ ਹਮੇਸ਼ਾ ਦੇ ਲਈ ਕੌਮਾਂ ਦਾ ਹੈੱਡ ਬਣਾ ਦੇਗਾ। ਠੀਕ ਹੈ। ਮਤਲਬ ਉਹ ਜਿਹੜਾ ਵਾਅਦਾ ਅਸੀਂ ਪੜ੍ਹਿਆ ਨਾ ਇਬਰਾਹਿਮ, ਇਜ਼ਾਕ, ਯਾਕੂਬ ਨਾਲ, ਤੇ ਉਹਨਾਂ ਨੂੰ ਰਿਸਟੋਰ ਕਰੇਗਾ ਔਰ ਉਹਨਾਂ ਨੂੰ ਹੈੱਡ ਬਣਾ ਦੇਗਾ। ਚੇਲਿਆਂ ਦੇ ਕਰਤੱਵ, ਦ ਬੁੱਕ ਆਫ ਐਕਟਸ ਚੈਪਟਰ 15 ਵਰਸ 13 to 17। ਚੇਲਿਆਂ ਦੇ ਕਰਤੱਵ 15 ਦੀ 13 ਤੋਂ 17। ਮੈਥਿਊ ਚੈਪਟਰ 24 ਵਰਸ 31। ਮਤੀ 24 ਦੀ 31। ਅਜ਼ਾਇਆ ਚੈਪਟਰ 11 ਵਰਸ 11। ਯਸਾਇਆ 11 ਦੀ 11। ਫਿਰ ਹਿਸਕੀਏਲ ਚੈਪਟਰ 20 ਵਰਸ 33 ਤੇ 34। ਤੇ ਇਹ ਜਿਹੜੇ ਇਸਰਾਇਲ ਨੂੰ ਬਹਾਲ ਕਰੇਗਾ ਉਹਦਾ ਹਵਾਲੇ ਹਿਸਕੀਏਲ 38 ਤੇ 39 ਪੂਰਾ ਅਗਰ ਪੜ੍ਹੀਏ ਤੇ ਕਿਸ ਤਰੀਕੇ ਨਾਲ ਇਹ ਜਿਹੜੀ ਗੋਗ ਮਗੋਗ ਦੀ ਜੰਗ ਦਾ ਵੀ ਜ਼ਿਕਰ ਇੱਥੇ, ਲੇਕਿਨ ਇਹ ਆਰਮਾਗਡਨ ਦੇ ਨਾਲ ਵੀ ਇਹਦਾ ਤਲਕ ਬਣਦਾ ਹੈ। ਯਾਨੀ 1000 ਸਾਲਾ ਬਾਦਸ਼ਾਹੀ ਤੋਂ ਬਾਅਦ ਇਹ ਦੋ ਚੈਪਟਰਸ ਜਿਹੜੇ ਨੇ ਕੁਝ ਉੱਥੇ ਪੂਰੇ ਹੋ ਰਹੇ ਨੇ ਤੇ ਕੁਝ 1000 ਸਾਲਾ ਬਾਦਸ਼ਾਹੀ ਤੋਂ ਬਾਅਦ ਇਹ ਕੁਝ ਹਿੱਸੇ ਹਿਸਕੀਏਲ 38 ਤੇ 39 ਚੈਪਟਰ ਵਿੱਚ ਦੱਸਿਆ ਗਿਆ। ਠੀਕ ਹੈ। 38 ਤੇ 39 1000 ਸਾਲਾ ਬਾਦਸ਼ਾਹੀ ਤੋਂ ਪਹਿਲੇ, 1000 ਸਾਲਾ ਬਾਦਸ਼ਾਹੀ ਤੋਂ ਬਾਅਦ, ਯਾਨੀ 1000 ਸਾਲਾ ਬਾਦਸ਼ਾਹੀ ਤੋਂ ਪਹਿਲੇ ਆਰਮਾਗਡਨ ਦੇ ਵਿੱਚ ਤੇ ਕੁਝ ਹਿੱਸਾ ਇਹਦਾ ਵੀ ਪੂਰਾ ਹੋਏਗਾ। ਸੋ ਫਿਰ ਜਿਹੜੇ ਹੋਰ ਜ਼ਮਾਨੇ ਦੇ, ਇਹ ਤੇ ਇਸਰਾਇਲੀ ਸੀ, ਹੋਰ ਜਿਹੜੇ ਜ਼ਮਾਨਿਆਂ ਦੇ ਸੰਤ ਨੇ ਨਾ, ਉਹਨਾਂ ਨੂੰ ਐਗਜ਼ਾਲਟ ਦਾ ਕੀ ਮਤਲਬ ਹੈ, ਉਹਨਾਂ ਨੂੰ ਸਰਫਰਾਜ਼ੀ ਜਾਂ ਉੱਚਾ ਕਰਕੇ ਉਹਨਾਂ ਨੂੰ ਕਹਾਨਤ ਜਾਂ ਪ੍ਰੀਸਟਹੁੱਡ ਮਿਨਿਸਟਰੀ ਦੇਣੀ ਜਾਂ ਜਾਜਕ ਬਣਾਉਣਾ। ਤੇ 1000 ਸਾਲਾ ਬਾਦਸ਼ਾਹੀ 'ਚ ਉਹਨਾਂ ਦੇ ਰੈਂਕਸ, ਬਈ ਇਹਨਾਂ ਦੇ ਕੰਮਾਂ ਤੋਂ ਉਹਨਾਂ ਨੂੰ ਰੈਂਕਸ ਦੇਣੇ ਹੈ, ਉਹਨਾਂ ਦੇ ਕੰਮਾਂ ਦੇ ਮੁਤਾਬਿਕ ਉਹਨਾਂ ਨੂੰ ਰਿਵਾਰਡ ਦੇਣੇ। ਹਾਂ, ਕਿਉਂਕਿ ਯਿਸੂ ਨੇ ਕਿਹਾ ਨਾ ਜਿਹਨੂੰ ਉਹ ਵੱਖਰੇ ਉਹਨਾਂ ਨੂੰ ਯਿਸੂ ਨੇ ਕਿਹਾ ਵੀ ਆ ਦਿੱਤੇ, ਉਹਨੂੰ ਸਿੱਕੇ ਦਿੱਤੇ, ਆ ਲਓ ਜਾਓ, ਹਾਂਜੀ ਕਰੋ। ਜਿਹਨੂੰ ਇੱਕ ਦਿੱਤਾ ਉਹਨੇ ਦੱਬ ਦਿੱਤਾ, ਕਹਿੰਦਾ ਆ ਲਓ ਜੀ ਆਪਣਾ ਸਿੱਕਾ ਜੋ ਵਾਪਸ ਆਇਆ, ਹੈ ਨਾ। ਤੇ ਜਿਹਨੂੰ 5 ਸੀਗੇ ਉਹਨੂੰ 10 ਦੇ 20, ਕਹਿੰਦਾ ਤੂੰ 5 ਨਾਲ ਫੇਥਫੁਲ ਹੈ, ਆ ਲਓ ਫੜ 5 ਪਿੰਡਾਂ ਤੇ ਤੂੰ ਆਪਣਾ। ਐਗਜ਼ੈਕਟਲੀ, ਬਹੁਤ ਚੀਜ਼ਾਂ। ਵਾਹ, ਉਹ ਹਵਾਲਾ ਵੈਸੇ ਅੱਛਾ ਕੀਤਾ ਹੈ, ਮੈਨੂੰ ਯਾਦ ਨਹੀਂ, ਲੇਕਿਨ ਦੈਟਸ ਗੁੱਡ। ਫਿਰ ਸੋ ਰੋਮੀਓ 8 ਦੀ 17 ਤੋਂ 21, ਰੋਮਨਸ ਚੈਪਟਰ 8 ਵਰਸ 17 to 21, ਸੋ ਰੋਮਨਸ ਚੈਪਟਰ 14 ਵਰਸ 10 to 11, 2 Corinthians ਚੈਪਟਰ 5 verse 10, Philippians chapter 3, Colossians chapter 3 verse 4. So Revelation chapter 1 verse 5. So 5 and 6, sorry. Okay. ਪ੍ਰਕਾਸ਼ ਦੀ ਪੋਥੀ ਉਹਦੀ ਪਹਿਲੇ ਦੀ 5 ਤੇ 6, ਤੇ ਪ੍ਰਕਾਸ਼ ਦੀ ਪੋਥੀ ਦੀ ਲਿਖਾਣ ਆ 2 ਦੀ 26, ਪ੍ਰਕਾਸ਼ ਦੀ ਪੋਥੀ 2 ਦੀ 26 ਚੈਪਟਰ 2 ਵਰਸ 26, ਪ੍ਰਕਾਸ਼ ਦੀ ਪੋਥੀ ਚੈਪਟਰ 5 ਵਰਸ 10, ਤੇ ਪ੍ਰਕਾਸ਼ ਦੀ ਪੋਥੀ ਦ ਬੁੱਕ ਆਫ ਰੈਵਲੇਸ਼ਨ ਚੈਪਟਰ 20 ਵਰਸ 4 to 6। ਇਹ ਜਿਹੜੇ ਨੇ ਇਹਨਾਂ ਨੂੰ ਆਪਣਾ ਕੰਮਾਂ ਦੇ ਮੁਤਾਬਿਕ ਰੈਂਕਸ ਮਿਲਣਗੇ। ਠੀਕ ਹੈ, ਬਾਦਸ਼ਾਹੀ ਦੇ ਵਿੱਚ। ਹਾਂਜੀ, ਜਾਂ ਰੈਂਕਸ ਜਾਂ ਰਿਵਾਰਡਸ ਜਾਂ ਰੈਂਕਸ, ਕਿਉਂਕਿ ਬਾਦਸ਼ਾਹੀ ਹੋਣੀ ਹੈ ਤੇ ਫਿਰ ਉਹ
ਆਪਣੇ ਆਪਣੇ ਜ਼ਿੰਮੇਵਾਰੀ। ਜਿਸ ਤਰ੍ਹਾਂ ਹੁਣ ਅਗਰ ਮੈਂ ਕਹਾਂ ਜੀ ਮੈਂ ਵੀ ਤੇ ਸਵਰਗਾਂ ਤੇ ਹੋਣਾ ਹੈ, ਤੇ ਉਧਰ ਪਾਲੂਸ ਵੀ ਹੋਏਗਾ ਜਿੰਨੇ ਤੇ ਜਿਹੜਾ ਕਹਿੰਦਾ ਮੈਂ ਮਸੀਹ ਦੇ ਦਾਗ ਲਈ ਫਿਰਨਾ, ਤੇ ਮੇਰਾ ਮਤਲਬ ਹੈ ਮੈਂ ਕਹਾਂ ਜੀ ਚੂੰਕਿ ਉੱਥੇ ਜੈਲਸੀ ਹੋਣੀ ਨਹੀਂ, ਲੇਕਿਨ ਖੁਦਾ ਉਹਦਾ ਹੋਰ ਹੀ ਮਕਾਮ ਹੋਣਾ ਹੈ। ਮੇਰਾ ਮਤਲਬ ਹੈ ਇਹ ਤੇ ਖੁਦਾ ਜਾਣਦਾ ਹੈ, ਲੇਕਿਨ ਕੰਮਾਂ ਦੇ ਮੁਤਾਬਿਕ ਉਹਨਾਂ ਦੇ ਰੈਂਕਸ ਸੈਟਿੰਗ ਹੋਣੀ। ਸੋ ਫਿਰ 6ਵਾਂ ਪੁਆਇੰਟ ਇਹ ਲਿਖ ਲਓ ਇਹਦੇ ਤੇ ਕਿ ਇਹ ਕਿਉਂ ਖੁਦਾ ਨੇ 1000 ਸਾਲਾ ਬਾਦਸ਼ਾਹੀ ਕਾਹਦੇ ਲਈ ਮਸੀਹ ਵਿੱਚ ਸਭ ਚੀਜ਼ਾਂ ਨੂੰ ਇਕੱਠਾ ਕਰਕੇ ਇੱਕ ਕਰ ਦੇਣਾ। ਭਾਈ ਚਾਹੇ ਸਵਰਗਾਂ ਦੀਆਂ ਨੇ ਧਰਤੀ ਜਾਂ ਧਰਤੀ ਦੇ ਥੱਲੇ, ਮਸੀਹ ਵਿੱਚ ਸਾਰੀਆਂ ਚੀਜ਼ਾਂ ਨੂੰ ਇੱਕ ਕਰ ਦੇਣਾ। ਇਫਸੀਆਂ 1:10। ਤੇ ਇਸ ਲਈ ਕਰ ਦੇਣਾ ਕਿ ਤਾਂ ਕਿ ਜਿਹੜਾ ਸ਼ੈਤਾਨ ਨੇ ਪਹਿਲੇ ਰਿਬੈਲੀਅਨ ਕੀਤੀ ਸੀ ਉਹ ਦੁਬਾਰਾ ਉਹ ਸੀਨ ਜਾਂ ਦੁਬਾਰਾ ਉਹ ਸਿਸਟਮ ਵਾਪਸ ਆ ਜਾਏ। ਚੇਲਿਆਂ ਦੇ ਕਰਤੱਵ 3:20 ਤੇ 21, ਐਕਟਸ 3:20 ਤੇ 21 ਤੇ ਐਫੀਸ਼ੀਅਨ ਚੈਪਟਰ 1:10। ਇਹਨਾਂ ਵਿੱਚੋਂ ਕੋਈ ਦੇਖ ਲਓ, ਪੜ੍ਹ ਦਿਓ, ਠੀਕ ਹੈ। ਯਿਸੂ ਮਸੀਹ ਵਿੱਚ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਇੱਕ ਕਰ ਦੇਣਾ, ਖੁਆ ਅਸਮਾਨ ਦੀ ਹੋਏ ਜਾਂ ਜ਼ਮੀਨ ਦੀ ਜਾਂ ਜਿੱਥੇ ਦੀਆਂ ਨੇ, ਸਾਰੀਆਂ ਨੂੰ ਇੱਕ ਕਰ ਦੇ। ਕਿਉਂਕਿ ਦੇਖੋ ਕੁਲਸੀਆਂ 1:16 'ਚ ਹੀ ਲਿਖਿਆ ਹੈ, ਬਲਕਿ ਹਰ ਜਗ੍ਹਾ ਲਿਖਿਆ ਕਿ ਬਲਕਿ ਸੰਤ ਯਹੋਨਾ 1:1 2 ਆਇਤਾਂ 'ਚ ਕਿ ਸਾਰਾ ਕੁਝ ਇਹਨੇ ਹੀ ਰਚਿਆ। ਤੇ ਫਿਰ ਹੁਣ ਅਸੀਂ ਕਹਿੰਦੇ ਹਾਂ ਸ਼ੈਤਾਨ ਵੀ ਇਸ ਜਹਾਨ ਦਾ ਖੁਦਾ ਹੈ, ਸਾਰਾ ਕੁਛ ਗੰਦ ਬਲਾ ਕੱਢ ਕੇ ਸਭ ਕੁਝ ਰਚਨਹਾਰ ਦੇ ਕੰਟਰੋਲ ਵਿੱਚ ਆ ਜਾਏ। ਹਾਂਜੀ ਜੀ ਬਿਲਕੁਲ ਜੀ। ਹਾਂਜੀ ਇਫਸੀਆਂ 1:10 ਦੇ ਵਿੱਚ ਆਪਾਂ ਪੜ੍ਹਦੇ ਲਿਖਿਆ ਹੈਗਾ ਜੀ, ਉਹ ਇੱਛਾ ਇਹ ਹੈ ਉਸ ਦਾ ਮਿੱਥਿਆ ਸਮਾਂ ਆਉਣ ਤੇ ਸੰਸਾਰ ਦੀਆਂ ਸਭ ਚੀਜ਼ਾਂ ਅਰਥਾਤ ਸਵਰਗ ਅਤੇ ਧਰਤੀ ਦੀਆਂ ਮਸੀਹ ਵਿੱਚ ਇੱਕ ਹੋ ਜਾਣ। ਇਹ ਹੀ ਪਲਾਨ ਜਿਹੜੀਆਂ ਹੁਣ ਸ਼ੈਤਾਨ ਚੋਰ ਹੈਗਾ, ਉਹਨੇ ਨਾਲੇ ਖੁਦਾ ਨੇ ਵੀ ਉਹਨੂੰ ਕਿਹਾ ਠਹਿਰ ਜਾ, ਤੈਨੂੰ ਲੁੱਟ ਲਿਆ ਮਜ਼ੇ ਜਿੰਨੇ ਲੁੱਟਣੇ ਨੇ, ਕਰ ਲਾਂਗੇ ਤੇਰਾ ਬੰਦੋਬਸਤ। ਸੋ ਚੇਲਿਆਂ ਦੇ ਕਰਤੱਵ 3:20 ਤੇ 21 ਵੀ ਹੈਗੀ ਹੈ ਨਾ। ਸੋ ਪਹਿਲਾ ਕਰੰਥੀਆਂ 15:24 ਤੋਂ 28, ਫਸਟ ਕਰੰਥੀਅਨਸ ਚੈਪਟਰ 15 ਵਰਸ 24 to 28। ਅੱਛਾ ਜੀ, ਫਿਰ ਅੱਗੇ ਹੈ ਕਿ 7ਵਾਂ ਪੁਆਇੰਟ ਕਿ ਕੌਮਾਂ ਦੀ ਧਾਰਮਿਕਤਾ ਜੀ ਲਿਖ ਰਹੇ ਹੋ। ਅੱਛਾ ਹਾਂ, ਪਹਿਲਾ ਕਰੰਥੀਆਂ 15:24 ਤੋਂ 28। ਅੱਛਾ ਹੋ ਗਿਆ। ਹਾਂ ਇਹ ਤੁਸੀਂ ਬੋਲਿਆ। ਹਾਂਜੀ ਉਸ ਤੋਂ ਬਾਅਦ ਕੌਮਾਂ ਦੀ ਧਾਰਨ, ਕੌਮਾਂ ਦੀ ਜਿਹੜੀ ਨਿਆਂ ਹੈ ਉਹ ਰਾਈਚੀਅਸਨੈਸ ਦੇ ਨਾਲ ਕਰਨਾ, ਤੇ ਮਤਲਬ ਹੈ ਉਹਨਾਂ ਦਾ ਨਿਆਂ। ਇਹ ਨਹੀਂ ਕਿ ਮਤਲਬ ਹੈ ਰਾਈਚੀਅਸਨੈਸ ਕੀ ਧਾਰਮਿਕਤਾ ਦੇ ਨਾਲ ਕਰਨਾ, ਤੇ ਅਸਲੀ ਮਾਲਕਾਂ ਨੂੰ ਉਹਨਾਂ ਦੀ ਮਲਕੀਅਤ ਹਵਾਲੇ ਕਰ ਦੇਣਾ। ਅਸਲੀ ਮਾਲਕ ਤੇ ਜਿਹੜਾ ਵਾਅਦਾ ਇਬਰਾਹਿਮ, ਇਜ਼ਾਕ, ਯਾਕੂਬ ਨਾਲ ਹੋਇਆ ਹੈ। ਦੇਖੋ ਇਹ ਜਿਹੜਾ ਨਵਾਂ ਇਸਰਾਈਲ ਹੈ ਨਾ, ਇਹ ਨਵਾਂ ਇਸਰਾਈਲ ਨਹੀਂ ਗਾ, ਇਹ ਖੁਦਾ ਨੇ ਨਾ ਇਹ ਇਹਨਾਂ ਹਵਾਲਿਆਂ 'ਚ ਦੱਸਿਆ ਹੈ। ਉਹਨਾਂ ਏਰੀਆ 'ਚ ਸਾਰੇ ਹੀ ਜਿਹੜੇ ਬਾਕੀ ਸਾਊਦੀ ਅਰਬ, ਇਹ ਸੁਡਾਨ, ਇਹ ਉਹ ਸਾਰੇ, ਇਹ ਸਭ ਕੀ ਕਰਨਾ, ਉਹਨਾਂ ਦੀ ਜੱਜਮੈਂਟ ਕਰਕੇ ਜਗ੍ਹਾ ਖਾਲੀ ਕਰਾ ਲੈਣੀ ਹੈ, ਜਿੰਜ ਆਪਾਂ ਪਿਛਲੀ ਵਾਰੀ ਸਟੱਡੀ ਕੀਤੀ ਸੀ। ਤੇ ਇਹ ਸਾਰਾ ਫਿਰ ਹਵਾਲੇ ਕਰ ਦੇਣਾ, ਜਿਸ ਤਰ੍ਹਾਂ ਆਪਾਂ ਦੇਖਿਆ ਸੀ ਨਾ 12 ਹਿੱਸਿਆਂ ਤੱਕ ਸੀ। ਸੋ ਇਹ ਉਹਨਾਂ ਦੇ ਹਵਾਲੇ ਕਰ ਦੇਣਾ, ਕਿਹਨਾਂ ਦੇ, ਜਿਨ੍ਹਾਂ ਦੀ ਮਲਕੀਅਤ ਹੈਗੀ ਹੈ, ਜਿਹੜੀ ਕਿ ਉਤਪਤੀ 'ਚ ਹੀ ਖੁਦਾ ਨੇ ਕਿਹਾ। ਸੋ ਧਾਰਮਿਕਤਾ ਦੇ ਨਾਲ ਨਿਆਂ ਕਰਕੇ ਉਹਨਾਂ ਕੌਮਾਂ ਦਾ, ਉਹਨਾਂ ਨੂੰ ਬਾਹਰ ਕੱਢ ਕੇ ਉਹ ਜਗ੍ਹਾ ਜਿਹੜੇ ਅਸਲੀ ਮਾਲਕ ਨੇ ਉਹਨਾਂ ਦੇ ਹਵਾਲੇ ਕਰ ਦੇਣਾ। ਅੱਜ ਵੀ ਇੰਝ ਹੀ ਹੁੰਦਾ ਨਾ, ਕਬਜ਼ਾ ਗਰੁੱਪ ਹੁੰਦੇ ਨੇ, ਤੇ ਫਿਰ ਅਦਾਲਤ ਉਹਨਾਂ ਨੂੰ ਕੱਢਦੀ ਹੈ ਤੇ ਫਿਰ ਅਸਲੀ ਮਾਲਕਾਂ ਦੇ ਹਵਾਲੇ ਕਰਦੀ ਹੈ। ਸੋ ਇਹਦੇ ਹਵਾਲੇ ਲਿਖ ਲਓ, ਅਜ਼ਾਇਆ ਚੈਪਟਰ 2 ਵਰਸ 2 to 4, ਯਸਾਇਆ 2 ਤੋਂ 4, ਅਜ਼ਾਇਆ ਚੈਪਟਰ 11 ਫਸਟ 11 ਵਰਸਿਸ, ਮੈਥਿਊ ਚੈਪਟਰ 25 verse 31 to 46,
ਯਾਨੀ ਮੱਤੀ 5 ਦੀ 31 ਤੋਂ 46 ਤੇ ਡੈਨੀਅਲ ਚੈਪਟਰ 7 ਵਰਸ 9 to 27। ਸੋ ਫਸਟ ਕਰੰਥੀਅਨਸ ਇਹ 6ਵਾਂ ਚੈਪਟਰ ਪੂਰਾ ਹੀ ਪੜ੍ਹਨੇ ਵਾਲਾ ਹੈ, ਪਹਿਲਾ ਕਰੰਥੀਆਂ 6ਵਾਂ ਚੈਪਟਰ। ਠੀਕ ਹੈ ਜੀ। ਸੋ ਇਹ ਇਹਨਾਂ ਦੇ ਹਵਾਲੇ ਨੇ। ਹਾਂਜੀ, ਇੱਕ ਮਨ ਦਾ ਜਿਹੜਾ ਤੁਸੀਂ ਕਿਹਾ ਸੀਗਾ ਵੀ ਸ਼ੈਤਾਨ ਨੂੰ ਡੱਕ ਦੇਣਾ, ਹੁਣ ਤੂੰ ਮੌਜਾਂ ਕਰ ਲਾ ਜਿੰਨੀਆਂ ਕਰਨਾ, ਹੈ ਨਾ। ਕਈ ਲੋਕੀ ਕਹਿ ਦਿੰਦੇ ਆ ਵੀ ਰੱਬ ਕਾਹਤੇ ਮੌਕਾ ਦਿੱਤਾ ਹੈ, ਫਿਰ ਜੇ ਸ਼ੈਤਾਨ ਨੂੰ ਹੁਣ ਹੀ ਡੱਕ ਦੇਵੇ ਤਾਂ ਫਿਰ ਕਾਹਤੇ ਇੰਨਾ ਲੇਟ ਕਰੀ ਜਾਂਦਾ ਆ, ਕਾਹਤੇ। ਦੇਖੋ ਅਸਲ ਵਿੱਚ ਗੱਲ ਕੀ ਹੈ, ਹਾਂਜੀ, ਖੁਦਾ ਜਿਹੜਾ ਹੈ ਨਾ, ਉਹ ਇਹਨਾਂ ਕੋਲੋਂ ਵੀ ਤੇ ਉਹਨੇ ਕੰਮ ਲੈਣਾ ਨਾ। ਹੁਣ ਉਹ ਜਿਹੜੀਆਂ ਕੌਮਾਂ ਨੇ, ਇਨਸਾਨ ਨੇ, ਉਹ ਤੇ ਇਹਦੇ ਸਾਰੇ ਚੇਲੇ ਨੇ। ਹੁਣ ਇਹਨੂੰ ਹੀ ਅੱਗੇ ਲਾਏਗਾ। ਠੀਕ ਹੈ ਕਿ ਦੇਖੋ ਅਗਰ ਅਸੀਂ ਇਹਨੂੰ ਥੋੜ੍ਹਾ ਜਿਹਾ ਪੜ੍ਹ ਲਈਏ ਕਿ ਖੁਦਾ ਕਰੇਗਾ ਕੀ ਹੈ, ਤੇ ਉਹ ਇਸ ਲਈ ਇਹਨਾਂ ਨੂੰ ਇਸਤੇਮਾਲ ਕਰੇਗਾ। ਹਾਲੇਲੂਇਆ। ਹਾਂ, ਜਿੱਦਾਂ ਕੋਈ ਕਹਿੰਦੇ ਲੋਕੀ ਇੰਨਾ ਨੁਕਸਾਨ ਹੋ ਰਿਹਾ ਇੰਨੀ ਜੀ। ਇਸਕੀਐਲ 14 ਵੀ ਲਿਖ ਲੈਣਾ ਜ਼ਰਾ। ਹਾਂਜੀ, ਤੇ ਇਸਕੀਐਲ 14 ਜੀ। ਹਾਂਜੀ, ਤੇ ਜੀ ਇਸਕੀਐਲ 14 ਠੀਕ ਹੈ, ਉਹ ਜ਼ਰਾ ਪੜ੍ਹੋ, ਹੈ ਨਾ। ਇਸਕੀਐਲ 14 ਦਾ ਕਿੰਨਾ ਜੀ? ਨਹੀਂ, ਜ਼ਕਰੀਆ 14। ਓਕੇ, ਸੌਰੀ। ਹਾਲੇਲੂਇਆ। ਇਸ ਲਈ ਇਹਨਾਂ ਕੋਲੋਂ ਕੰਮ ਕਰੇਗਾ, ਲਏਗਾ, ਕੰਮ ਲਏਗਾ, ਹੈ ਨਾ। ਕਿੱਥੇ ਗਿਆ ਜੀ? ਯਰੂਸ਼ਲਮ ਅਤੇ ਕੌਮਾਂ, ਉਹਦਾ ਹੈਡਿੰਗ ਹੈ ਜੀ। ਦੇਖੋ ਇਹ ਯੂਐਲ 3 ਦੀ ਪਹਿਲੀ 2 ਆਇਤਾਂ ਪੜ੍ਹ ਦਿਓ ਪਹਿਲੇ। ਯੂਐਲ 3 ਦੀ ਪਹਿਲੀਆਂ 2। ਹਾਂ, ਓਕੇ। ਅਸਲ ਵਿੱਚ ਇਹ ਉਹ ਪਲਾਨ ਹੈ ਕਿ ਜਿਹੜਾ ਖੁਦਾ ਦਾ ਹੈ, ਤੇ ਇਹਦੇ ਲਈ ਫਿਰ ਉਹ ਸ਼ੈਤਾਨ, ਝੂਠਾ ਨਬੀ, ਤੇ ਉਹਨਾਂ ਦੀ ਵਿੱਚੋਂ ਤੇ ਉਹ ਖੁਦਾ ਆਪਣਾ ਕੰਮ ਕਰਾ ਰਿਹਾ ਹੋਣਾ, ਤੇ ਉਹਨਾਂ ਨੇ ਇਹ ਸਮਝਣਾ ਕਿ ਆਓ ਯਿਸੂ ਦੀ ਹੁਕੂਮਤ ਆ ਗਈ, ਉਹਦਾ ਤਖਤਾ ਉਲਟ ਦਿਓ, ਅੱਗੇ ਦੇਖਾਂਗੇ। ਤੇ ਇਹ ਦੇਖੋ ਖੁਦਾ ਦਾ ਪਲਾਨ ਕੀ ਹੈ। ਯੂਐਲ 3 ਦੀ। ਹਾਂ, ਯੂਐਲ 3 ਦੀ 1 ਤੋਂ 2 ਵਿੱਚ ਲਿਖਿਆ ਹੈਗਾ, ਪ੍ਰਭੂ ਕਹਿੰਦਾ ਹੈ, ਉਸ ਸਮੇਂ ਮੈਂ ਯਹੂਦਾ ਤੇ ਇਜ਼ਰਾਈਲ ਦੀ ਖੁਸ਼ਹਾਲੀ ਬਹਾਲ ਕਰਾਂਗਾ। ਹਾਂਜੀ, ਮੈਂ ਸਭ ਕੌਮਾਂ ਨੂੰ ਯਹੋਸ਼ਾਫਾਤ ਅਰਥਾਤ ਨਿਆਂ ਦੀ ਵਾਦੀ ਵਿੱਚ ਇਕੱਠਾ ਕਰਾਂਗਾ। ਉੱਥੇ ਮੈਂ ਉਹਨਾਂ ਦਾ ਨਿਆਂ ਉਹਨਾਂ ਸਭ ਦੇ ਲਈ ਕਰਾਂਗਾ ਜੋ ਉਹਨਾਂ ਨੇ ਮੇਰੇ ਲੋਕਾਂ ਨਾਲ ਕੀਤਾ ਸੀ। ਉਹਨਾਂ ਨੇ ਮੇਰੇ ਲੋਕਾਂ ਨੂੰ ਪਰਾਏ ਦੇਸ਼ਾਂ ਵਿੱਚ ਖਿਲਾਰ ਦਿੱਤਾ ਅਤੇ ਮੇਰੇ ਇਜ਼ਰਾਈਲ ਦੀ ਧਰਤੀ ਨੂੰ ਵੰਡ ਦਿੱਤਾ। ਹਾਂਜੀ, ਠੀਕ ਹੈ। ਤੇ ਇਹ ਜਿਹੜਾ ਨਾ, ਇਹ ਅੱਗੇ ਇੱਕ ਹਵਾਲਾ ਉਹਦੇ 'ਚ ਹੈ ਪ੍ਰਕਾਸ਼ ਦੀ ਪੋਥੀ 'ਚ, ਕਿ ਕਿਸ ਤਰ੍ਹਾਂ ਇਹਨਾਂ ਨੂੰ ਇਕੱਠੇ ਕੌਣ ਕਰੇਗਾ। ਇਹ ਰੈਵਲੇਸ਼ਨ 16 ਦੀ 14 ਤੋਂ 16 ਦੇਖੋ। ਇਹ ਖੁਦਾ ਦਾ ਪਲਾਨ ਹੋ ਸੀ ਕਿ ਇਕੱਠਾ ਕਰਾਂਗਾ, ਪਰ ਕਿੰਜ ਕਰੇਗਾ? ਉਹ ਇਹ ਭੈੜੀਆਂ ਆਤਮਾਵਾਂ ਜਾਣਗੀਆਂ ਤੇ ਇਹਨਾਂ ਦੇ ਮਨ 'ਚ ਹੋਣਾ ਕਿ ਯਰੂਸ਼ਲਮ ਯਹੂਦੀਆਂ ਤੇ ਖੁਦਾ ਦੇ ਖਿਲਾਫ ਜਾਂ ਮਸੀਹ ਦਾ ਤਖਤਾ ਉਲਟਣੇ ਦੇ ਲਈ। ਇਹ ਪੜ੍ਹ ਦਿਓ ਸਰ, ਕਲੀਅਰ ਹੋ ਜਾਏਗਾ ਨਾ। ਇਸ ਲਈ ਇਹ ਕੰਮ ਖੁਦਾ ਇਹਨਾਂ ਕੋਲ ਲੈ ਲੈਂਦਾ ਹੈ। ਚਲੋ ਬਈ, ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ। ਦੇਖੋ ਨਾ, ਜਿਹੜਾ ਕ੍ਰੀਏਟਰ ਹੈ, ਰਚਨਹਾਰ ਹੈ, ਤੇ ਉਹਦੀ ਸ੍ਰਿਸ਼ਟੀ ਉਸ ਤੱਕ ਪਹੁੰਚ ਸਕਦੀ ਹੈ, ਉਸ ਤੋਂ ਥੱਲੇ ਹੀ ਹੈ। ਹਾਂਜੀ, ਆਪਾਂ ਪੜ੍ਹਦੇ ਹਾਂ ਜੀ ਪ੍ਰਕਾਸ਼ ਦੀ ਪੋਥੀ 16 ਦੀ 14 ਤੋਂ 16 ਦੇ ਵਿੱਚ ਇਹ ਕਿਸ ਤਰ੍ਹਾਂ ਖੁਦਾ ਇਹਨਾਂ ਕੋਲੋਂ ਕੰਮ ਲੈ ਰਿਹਾ, ਔਰ ਇਹ ਸਮਝ ਰਹੀਆਂ ਨੇ ਕਿ ਅਸੀਂ ਚੰਗਾ ਕੰਮ ਕਰ ਰਹੇ ਹਾਂ ਖੁਦਾ ਦੇ ਖਿਲਾਫ ਲੜਾਈ ਲਈ। ਜੀ ਹਾਂਜੀ, ਉਹ ਲਿਖਿਆ, ਇਹ ਸ਼ੈਤਾਨ ਦੀ ਆਤਮਾ ਸਨ ਜੋ ਚਮਤਕਾਰ ਦਿਖਾਉਂਦੇ ਸਨ। ਉਹ ਸਾਰੇ ਸੰਸਾਰ ਦੇ ਰਾਜਿਆਂ ਕੋਲ ਜਾ ਕੇ ਉਹਨਾਂ ਨੂੰ
ਸਰਵ ਸ਼ਕਤੀਮਾਨ ਪਰਮੇਸ਼ਰ ਦੇ ਮਹਾਨ ਦਿਨ ਨੂੰ ਲੜਨ ਲਈ ਇਕੱਠੀਆਂ ਕਰਦੇ ਸਨ। ਹਾਂਜੀ, ਦੇਖੋ ਮੈਂ ਚੋਰ ਦੇ ਵਾਂਗ ਆ ਰਿਹਾ ਹਾਂ। ਧੰਨ ਉਹ ਮਨੁੱਖ ਹਨ ਜੋ ਜਾਗਦਾ ਰਹਿੰਦਾ ਹੈ ਅਤੇ ਕੱਪੜੇ ਪਾਈ ਰਹਿੰਦਾ ਹੈ, ਕਿਉਂਕਿ ਨਾ ਹੀ ਨੰਗਾ ਨਿਕਲਦਾ ਤੇ ਨਾ ਹੀ ਲੋਕ ਉਹਨਾਂ ਨੂੰ ਸ਼ਰਮਨਾਕ ਹਾਲਤ ਵਿੱਚ ਦੇਖਦੇ ਹਨ। ਇਹ ਹੁਣ ਭੈੜੀ ਆਤਮਾਵਾਂ ਨੇ ਕੀ ਕੀਤਾ? ਹਾਂ, ਖੁਦਾ ਉੱਥੇ ਕਹਿ ਰਿਹਾ ਹੈ ਕਿ ਮੈਂ ਇੰਤਜ਼ਾਰ ਕਰ ਰਿਹਾ ਇਹਨਾਂ ਨੂੰ ਘੇਰ ਕੇ ਲਿਆ ਕੇ ਇਹਨਾਂ ਦਾ ਅੱਗੋਂ ਕਿੰਜ ਮੱਕੂ ਠੱਪਣਾ ਹੈ। ਜੀ ਜੀ ਜੀ। ਤੇ 16ਵੀਂ ਆਇਤ ਵਿੱਚ ਲਿਖਿਆ ਹੈ ਜੀ, ਪ੍ਰਕਾਸ਼ ਦੀ ਪੋਥੀ 16 ਦੀ 16 ਦੇ ਵਿੱਚ ਉੱਥੇ ਲਿਖਿਆ, ਸੋ ਸ਼ੈਤਾਨ ਆਤਮਾਵਾਂ ਸਭ ਰਾਜਿਆਂ ਨੂੰ ਉਸ ਥਾਂ ਤੇ ਇਕੱਠਾ ਕਰਨ ਲੈ ਆਉਂਦੀਆਂ ਹਨ ਜਿਸ ਦਾ ਨਾਂ ਇਜ਼ਰਾਈਲ ਬੋਲੀ ਵਿੱਚ ਆਰਮਾਗਦਨ ਹੈ। ਠੀਕ ਹੈ। ਹਾਂਜੀ, ਤੇ ਜ਼ਕਰੀਆ 14 ਦੀ ਪੜ੍ਹ ਦਿਓ, ਉੱਥੇ ਹੋਣਾ ਕੀ ਇਹਨਾਂ ਨਾਲ। ਸੋ ਮਤਲਬ ਕੀ ਹੋ ਗਿਆ? ਸਵਾਲ ਦਾ ਜਵਾਬ ਕਿ ਖੁਦਾ ਨੂੰ ਚਾਹੀਦਾ ਹੈ ਨਾ, ਤੇ ਪਹਿਲੇ ਵੀ ਇਹਦੇ ਮੁਲਾਜ਼ਮ ਰਹੇ ਜੇ, ਸ਼ੈਤਾਨ ਤੇ ਉਹਦੇ ਦੇਗੇ ਗਏ ਫਰਿਸ਼ਤੇ, ਤੇ ਹੁਣ ਖੁਦਾ ਉਹਨਾਂ ਕੋਲੋਂ ਕਿੰਜ ਕੰਮ ਲੈ ਰਿਹਾ। ਉਹ ਸਮਝ ਰਹੇ ਨੇ ਕਿ ਅਸੀਂ ਖੁਦਾ ਦੇ ਖਿਲਾਫ ਤੋਂ, ਦੇਖ ਲਓ ਫਿਰ ਇਹਨਾਂ ਦਾ ਹਸ਼ਰ ਦੇਖੋ। ਹਾਂਜੀ, ਆਪਣੇ ਜ਼ਕਰੀਆ 14 ਦੀ ਕਿੰਨਾ ਕੁਝ 2-4 ਆਇਤਾਂ ਪਹਿਲੀਆਂ। ਓਕੇ ਇੱਥੇ ਲਿਖਿਆ ਜੀ, ਜ਼ਕਰੀਆ 14 ਦੀ ਪਹਿਲਾਂ ਕੁਝ ਲਿਖਿਆ ਹੈ, ਦੇਖੋ ਪ੍ਰਭੂ ਦਾ ਦਿਨ ਆ ਰਿਹਾ ਹੈ, ਉਹ ਦਿਨ ਯਰੂਸ਼ਲਮ ਨੂੰ ਲੁੱਟ ਕੇ ਉਸ ਦਾ ਲੁੱਟਣ ਵਾਲੇ ਲੁੱਟਦੇ ਮਾਲ ਨੂੰ ਉਸ ਦੇ ਵਿੱਚ ਬੈਠ ਕੇ ਉਹ ਆਪੋ ਹੀ ਵੰਡਣਗੇ। ਪ੍ਰਭੂ ਸਭ ਕੌਮਾਂ ਨੂੰ ਯਰੂਸ਼ਲਮ ਦੇ ਵਿਰੁੱਧ ਕਰੇਗਾ ਅਤੇ ਦੇਖੋ ਪ੍ਰਭੂ ਦਾ ਯਰੂਸ਼ਲਮ ਹੈ ਉਹ ਉਹਦੇ ਵਿਰੁੱਧ ਕਰੇਗਾ। ਹਾਂ, ਸ਼ੈਤਾਨ ਨੂੰ ਇਸਤੇਮਾਲ ਕਿਉਂਕਿ ਲਿਆਣਾ ਹੈ ਉਹਨੇ। ਹਾਂਜੀ, ਪ੍ਰਭੂ ਸਭ ਕੌਮਾਂ ਨੂੰ ਯਰੂਸ਼ਲਮ ਦੇ ਵਿਰੁੱਧ ਕਰੇਗਾ ਅਤੇ ਉਹ ਉਸ ਉੱਤੇ ਹੱਲਾ ਬੋਲਣਗੀਆਂ। ਤਦ ਸ਼ਹਿਰ ਉੱਤੇ ਕਬਜ਼ਾ ਹੋ ਜਾਵੇਗਾ, ਘਰ ਲੁੱਟੇ ਜਾਣਗੇ ਅਤੇ ਔਰਤ ਨਾਲ ਬਲਾਤਕਾਰ ਕੀਤੇ ਜਾਣਗੇ। ਅੱਧਾ ਸ਼ਹਿਰ ਨਿਵਾਸੀ ਬੰਦੀ ਹੋ ਕੇ ਪ੍ਰਵਾਸ ਵਿੱਚ ਜਾਣਗੇ, ਪਰ ਬਾਕੀ ਦੇ ਸ਼ਹਿਰ ਵੀ ਬਚੇ ਰਹਿਣਗੇ। ਤਦ ਪ੍ਰਭੂ ਜਾ ਕੇ ਉਹਨਾਂ ਨਾਲ ਲੜੇਗਾ ਜਿਸ ਤਰ੍ਹਾਂ ਉਹ ਪਹਿਲੇ ਇਕੱਠੇ ਹੋਣਗੇ। ਹਾਂਜੀ, ਤੇ ਲੜਨਗੇ। ਹਾਂ, ਤਦ ਪ੍ਰਭੂ ਜਾ ਕੇ ਉਹਨਾਂ ਨਾਲ ਲੜੇਗਾ ਜਿਸ ਤਰ੍ਹਾਂ ਉਹ ਗੁਜ਼ਰ ਚੁੱਕੇ ਕਾਲ ਵਿੱਚ ਲੜਿਆ ਸੀ। ਪ੍ਰਭੂ ਜੈਤੂਨ ਦੇ ਪਹਾੜ ਉੱਤੇ ਖੜਾ ਹੋ ਜਾਵੇਗਾ ਜੋ ਯਰੂਸ਼ਲਮ ਦੇ ਪੂਰਬ ਵਿੱਚ ਹੈ। ਤਦ ਜੈਤੂਨ ਦਾ ਪਹਾੜ ਪੂਰਬ ਤੋਂ ਪੱਛਮ ਤੱਕ ਫਟ ਕੇ 2 ਹਿੱਸਿਆਂ ਵਿੱਚ ਵੰਡਿਆ ਜਾਵੇਗਾ ਅਤੇ ਉੱਥੋਂ ਇੱਕ ਵੱਡੀ ਵਾਦੀ ਬਣ ਜਾਵੇਗੀ। ਅੱਧਾ ਪਹਾੜ ਉੱਤਰ ਦੇ ਪਾਸੇ ਤੇ ਅੱਧਾ ਦੱਖਣ ਦੇ ਪਾਸੇ ਚਲਾ ਜਾਵੇਗਾ। ਤੁਸੀਂ ਇਸ ਵਾਦੀ ਦੇ ਵਿੱਚੋਂ ਦੀ ਜੋ ਪਹਾੜ ਦੇ ਹੁੰਦਿਆਂ ਪਹਾੜ ਦੇ ਦੋਹਾਂ ਪਾਸਿਆਂ ਦੇ ਵਿਚਕਾਰ ਹੋਣਗੇ ਨੱਠੋਗੇ, ਜਿਸ ਤਰ੍ਹਾਂ ਤੁਹਾਡੇ ਪੁਰਖੇ ਯਹੂਦਾ ਦੇ ਰਾਜ ਉਜ਼ਾਇਲ ਦੇ ਰਾਜ ਕਾਲ ਵਿੱਚ ਆਏ ਭੁਚਾਲ ਸਮੇਂ ਨੱਠੇ ਸਨ। ਤਦ ਪ੍ਰਭੂ ਮੇਰਾ ਪਰਮੇਸ਼ਰ ਆਪਣੇ ਪਵਿੱਤਰ ਜਨਾਂ ਨਾਲ ਆਵੇਗਾ। ਹਾਂਜੀ, ਤੇ ਅੱਗੇ ਇਹਨਾਂ ਦਾ ਅਸ਼ਰ ਦੱਸਿਆ ਹੈ ਕੀ ਕਰੇ। ਹਾਂਜੀ, ਦੇਖੋ ਇਹ ਇੱਕ ਲਿਆਣਗੇ ਕੌਣ? ਭੈੜੀ ਆਤਮਾ। ਹਾਂ, ਉਹ ਵਿੱਚੋਂ ਆਪਣਾ ਇਹੀ ਹੈ। ਸੋ ਇਸ ਲਈ ਸ਼ੈਤਾਨ ਨੂੰ ਹਲਾ ਉਹਦੇ ਕੋਲ ਕੰਮ ਲੈਣਾ ਹੈ ਖੁਦਾ ਨੇ। ਠੀਕ ਹੈ। ਸੋ ਇਹਦਾ ਮਕਸਦ ਕਿਉਂ ਇਹ ਖੁਦਾ 1000 ਸਾਲਾ ਬਾਦਸ਼ਾਹੀ ਨੂੰ ਡਿਜ਼ਾਈਨ ਕੀਤਾ, ਅਸੀਂ ਇਹ ਦੇਖਦੇ ਹਾਂ ਕਿ ਫਿਰ ਓਰੀਜਨਲ ਪਲਾਨ ਜਿਹੜਾ ਹੈ ਨਾ ਉਹਦਾ, ਕਿ ਜ਼ਮੀਨ ਨੂੰ ਅਨੰਤ ਕਾਲ ਤੇ ਰਾਈਚਸ ਜਾਂ ਧਾਰਮਿਕਤਾ ਦੀ ਜਿਹੜੀ ਹਕੂਮਤ ਹੈ ਪਹਿਲੇ ਉਹਨੂੰ ਬਹਾਲ ਕਰੇ। ਠੀਕ ਹੈ। ਸੇ ਜ਼ਮੀਨ ਉੱਤੇ ਅਬਦੀ ਰਾਸਤ, ਹਾਂਜੀ, ਸਦਾ ਦਾ ਸਦਾ ਅਬਦੀ ਮੀਨ ਸਦਾ ਦਾ, ਹਾਂਜੀ, ਧਾਰਮਿਕਤਾ ਹਕੂਮਤ ਕਾਇਮ ਕਰੇ। ਇਹਦੇ ਹਵਾਲੇ ਸਦਾ ਦੀ ਧਾਰਮਿਕਤਾ ਸੱਚੀ ਹਕੂਮਤ ਕਾਇਮ। ਫਿਰ ਬੋਲਦੇ ਹੋਏ ਕਰੇ, ਸਦਾ ਦੇ ਲਈ ਸੱਚੀ ਹਕੂਮਤ ਕਾਇਮ ਕਰੇ। ਇਸ ਲਈ ਇਹ 1000 ਸਾਲਾ ਬਾਦਸ਼ਾਹੀ ਦੇਖੋ ਕਿੰਨੇ ਵਾਲੇ ਨੇ। ਯਸਾਇਆ 9 ਦੀ 6 ਤੋਂ 6 ਤੇ 7, ਅਜ਼ਾਇਆ ਚੈਪਟਰ 9 ਵਰਸ 6 ਤੇ 7, ਅਜ਼ਾਇਆ ਚੈਪਟਰ 11 ਫਸਟ 9 ਵਰਸਿਸ, ਅਜ਼ਾਇਆ 42 1 to 5, ਡੈਨੀਅਲ ਚੈਪਟਰ 2 ਵਰਸ 44 ਤੋਂ 45, ਡੈਨੀਅਲ 2 ਦੀ
44 ਤੇ 45, ਡੈਨੀਅਲ ਚੈਪਟਰ 7 ਵਰਸ 13 to 27, ਡੈਨੀਅਲ 7 ਦੀ 13 ਤੋਂ 27, ਲੂਕ ਚੈਪਟਰ 1 ਵਰਸ 32 ਤੋਂ 35, ਯਾਨੀ ਲੂਕਾ 1 ਦੀ 32 ਤੋਂ 35, ਰੈਵਲੇਸ਼ਨ ਪ੍ਰਕਾਸ਼ ਦੀ ਪੋਥੀ ਚੈਪਟਰ 11 ਵਰਸ 15, ਰੈਵਲੇਸ਼ਨ ਪ੍ਰਕਾਸ਼ ਦੀ ਪੋਥੀ ਦੇ 19 ਦੀ 11 ਤੋਂ 16 ਤੇ 20 ਦੀ 4 ਤੋਂ 6। 4 ਤੋਂ 6। ਤੇ ਆਖਰੀ ਗੱਲ ਜਿਹੜੀ ਇਹਦੇ 'ਚ ਹੈ ਕਿ ਕਿਉਂ ਹੋਏਗੀ ਕਿ ਮਸੀਹ ਯਿਸੂ ਦੇ ਮੁਤਲਕ ਜਿਹੜੀਆਂ ਵੀ ਭਵਿੱਖਬਾਣੀਆਂ ਹੋਈਆਂ ਨੇ, ਪੇਸ਼ਨ ਗੋਈਆਂ ਜਾਂ ਨਬੂਵਤਾਂ, ਉਹ ਪੂਰੀ ਕਰਨ ਦੇ ਲਈ 1000 ਸਾਲਾਂ ਬਾਦਸ਼ਾਹੀ 'ਚ ਹੋਣਗੀਆਂ। ਠੀਕ ਹੈ, ਯਾਨੀ ਇਹ ਖੁਦਾ ਦਾ ਮਕਸਦ ਦੇਖ ਰਹੇ ਕਿਉਂ ਉਹਨੇ ਡਿਜ਼ਾਈਨ ਕੀਤਾ ਹੈ ਤੇ ਕਿੰਜ ਪੂਰੀਆਂ ਹੋਣਗੀਆਂ, ਅਗਲੀ ਸਟੱਡੀਜ਼ ਦੇਖ ਲਾਂਗੇ। ਇਹਦੇ ਹਵਾਲੇ ਲਿਖ ਲਓ ਕਿ ਯਿਸੂ ਮਸੀਹ ਦਾ ਰਾਜ ਦੇ ਮੁਤਲਕ ਸਾਰੀਆਂ ਪ੍ਰੋਫਸੀਜ਼ ਭਵਿੱਖਬਾਣੀਆਂ ਨੂੰ ਪੂਰਾ ਹੋਣਾ। ਡੈਨੀਅਲ 9 ਦੀ 24, ਡੈਨੀਅਲ ਚੈਪਟਰ 9 ਵਰਸ 24, ਤੇ ਚੇਲਿਆਂ ਦੇ ਕਰਤੱਵ 3 ਦੀ 20 ਤੇ 21, ਦ ਬੁੱਕ ਆਫ ਐਕਟਸ ਚੈਪਟਰ 3 ਵਰਸ 20 ਤੇ 21, ਤੇ ਪਹਿਲਾ ਪਤਰਸ 1 ਦੀ 10 ਤੋਂ 13, ਫਸਟ ਪੀਟਰ ਚੈਪਟਰ 1 ਵਰਸ 10 to 13, 10 ਤੋਂ 13, ਹੈ ਨਾ। ਇਹ ਜੀ ਸੋ ਹੁਣ ਅੱਗੇ ਸਟੱਡੀ 'ਚ ਦੇਖਾਂਗੇ, ਇੱਥੇ ਦੇਖਿਆ ਕਿਉਂ ਕੀਤਾ, ਅੱਗੇ ਕਿੰਜ ਪੂਰਾ ਕਰੇਗਾ, ਇਹ ਵੀ। ਸੋ ਇੱਥੇ ਟਾਈਮ ਹੀ ਹੋ ਗਿਆ। ਹੁਣ ਆਪਾਂ ਇੱਥੇ ਫਿਨਿਸ਼ ਕਰਦੇ ਹਾਂ ਜੀ, ਆਪਾਂ ਅਗਲੀ ਸਟੱਡੀ ਤੋਂ ਜਾਰੀ ਰੱਖਾਂਗੇ। ਥੈਂਕ ਯੂ ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਸਮੇਂ ਦੇ ਲਈ। ਜੋ ਕੁਝ ਵੀ ਪਵਿੱਤਰ ਆਤਮਾ ਦੁਆਰਾ ਬੋਲਿਆ ਗਿਆ, ਪੜ੍ਹਿਆ ਗਿਆ, ਸੁਣਿਆ ਗਿਆ, ਸਮਝਿਆ ਗਿਆ, ਉਹ ਸਾਡੇ ਅੰਦਰ ਵਸ ਜਾਏ ਔਰ ਉਹ ਸਾਰਾ ਵਚਨ ਯਿਸੂ ਮਸੀਹ ਦੇ ਪਵਿੱਤਰ ਲਹੂ ਨਾਲ ਢੱਕਦੇ ਹਾਂ, ਸੀਲ ਕਰਦੇ ਹਾਂ, ਤਾਂ ਕਿ ਚੋਰ ਚੁਰਾ ਨਾ ਸਕੇ ਪਰਮੇਸ਼ਰ ਪਿਤਾ। ਔਰ ਇਹ ਸਾਰਾ ਵਚਨ ਬਹੁਤ ਸਾਰਾ ਫਲ ਲੈ ਕੇ ਆਏ ਔਰ ਆਪ ਦੇ ਰਾਜ ਦੇ ਲਈ ਵੱਧ ਚੜ੍ਹ ਕੇ ਇਸਤੇਮਾਲ ਕੀਤਾ ਜਾਏ ਪਰਮੇਸ਼ਰ ਪਿਤਾ। ਆਪ ਜੀ ਦੀ ਮਰਜ਼ੀ ਪੂਰੀ ਹੋਵੇ ਔਰ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।